ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾकुर ऊच भगवाना। तुमरी महिमा वर्ण ना सकूं, तू ठाकुर ऊच भगवाना। परम सन्मानयोग जुगो जुग अटल धन धन साहिब गुरु ग्रंथ साहिब महाराज सच्चे पातशाह जी, तिन्हां दी पावन पवित्र मुबारक गोद अंदर जुड़ बैठे ਅਤੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਸ਼ਰਵਣ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ। ਅੰਮ੍ਰਿਤ ਵੇਲੇ ਦੇ ਇਹਨਾਂ ਮੁਬਾਰਕ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਸੁਣ ਅਤੇ ਵਿਚਾਰ ਕੇ ਇਸ ਮਨੁੱਖਾ ਜੀਵਨ ਨੂੰ ਹੋਰ ਕੀਮਤੀ ਅਤੇ ਸਚਿਆਰਿਆਂ ਬਣਾਉਣ ਲਈ ਉਦਮ ਉਪਰਾਲੇ ਕਰ ਰਹੇ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁਬਾਰਕ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਪਾਵਨ ਮੁੱਖ ਵਾਕ ਦੇ ਪਾਠ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਹੋਰਾਂ ਪਾਸੋਂ ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੱਜ ਦਾ ਇਹ ਮੁਬਾਰਕ ਮੁੱਖ ਵਾਕ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਸੋਰਠੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 605 ਤੇ ਸੁਭਾਇਮਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਰਹਿਮਤ ਨਦਰੇ ਕਰਮ ਸਾਡੇ ਜੀਵਾਂ ਤੇ ਕਰਦੇ ਹਨ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਬਣਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਮੁਬਾਰਕ ਮੁੱਖ ਵਾਕ ਦੇ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹੇ ਮੇਰੇ ਮਨ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਜਿਸ ਨਾਲ ਤੇਰਾ ਇਹ ਜੀਵਨ ਵਿੱਚ ਸੁਖੀ ਤੇ ਸੁਹੇਲਾ ਬਣ ਜਾਏ। ਗਰੀਬ ਨਵਾਜ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਪੜ੍ਹੀਏ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਵਨ ਦੀਆਂ ਬੜੀਆਂ ਗੂੜੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਹਨ। ਸੰਸਾਰ ਭਰ ਦੇ ਵਿੱਚ ਜਦੋਂ ਅਸੀਂ ਝਾਤ ਮਾਰ ਕੇ ਵੇਖੀਏ, ਆਪਣੇ ਜੀਵਨ ਦੇ ਵਿੱਚੋਂ ਵੀ ਨਾਲ ਨਾਲ ਵੇਖਣ ਦੀ ਕੋਸ਼ਿਸ਼ ਕਰੀਏ, ਜਨਮ ਲੈਣ ਤੋਂ ਬਾਅਦ ਹੁਣ ਤੱਕ ਤੇ ਇਹਦੇ ਤੋਂ ਬਾਅਦ ਵੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਆਪਣੇ ਫਿਊਚਰ ਦੀ ਪਲੈਨਿੰਗ ਕਰਨੀ, ਜਿੰਨਾ ਵੀ ਜੀਵਨ ਅਸੀਂ ਜੀ ਚੁੱਕੇ ਹਾਂ ਜਾਂ ਅੱਗੇ ਅਸੀਂ ਜੀਵਾਂਗੇ, ਕਿੰਨਾ ਹਾਰਡ ਵਰਕ, ਕਿੰਨੀ ਮਿਹਨਤ, ਕਿੰਨਾ ਸਟਰਗਲ ਹਰ ਮਨੁੱਖ ਆਪਣੇ ਜੀਵਨ ਦੇ ਵਿੱਚ ਕਰਦਾ ਹੈ, ਸੰਘਰਸ਼ ਕਰਦਾ ਹੈ। ਔਰ ਇਸ ਸੰਘਰਸ਼ ਦੇ ਵਿੱਚੋਂ ਜੇ ਕਿਸੇ ਨੂੰ ਆਪਾਂ ਪੁੱਛੀਏ ਵੀ ਕੀ ਪਾਉਣਾ ਚਾਹੁੰਦੇ ਹੋ, ਤੇ ਸਾਰਿਆਂ ਦਾ ਇੱਕ ਹੀ ਜਵਾਬ ਹੋਏਗਾ, ਮੈਂ ਸੁਖੀ ਹੋਣਾ ਚਾਹੁੰਦਾ। ਮੇਰੇ ਜੀਵਨ ਦੇ ਵਿੱਚ ਸੁੱਖ ਆ ਜਾਏ, ਮੇਰੇ ਜੀਵਨ ਦੇ ਵਿੱਚ ਆਨੰਦ ਆ ਜਾਏ, ਮੇਰੇ ਜੀਵਨ ਦੇ ਵਿੱਚ ਖੁਸ਼ੀ ਆ ਜਾਏ, ਮੈਂ ਇਹ ਚਾਹੁੰਦਾ।
ਔਰ ਵੇਖੋ ਨਾ, ਇਸ ਮੁਸ਼ਕਲ ਤੋਂ ਨਜਿੱਠਦਿਆਂ ਹੋਇਆਂ ਸੁਖੀ ਹੋਣ ਦੇ ਲਈ ਆਪਾਂ ਕਿੰਨੀ ਚਾਰਾਗੋਈ ਤੇ ਕਿੰਨੇ ਯਤਨ ਤੇ ਕਿੰਨੀਆਂ ਕੋਸ਼ਿਸ਼ਾਂ ਕਰਦੇ ਹਾਂ। ਕਈ ਵਾਰ ਮਨੁੱਖ 2-4 ਦੁੱਖ ਵੀ ਇਹਦੇ ਬਦਲੇ ਵਿੱਚ ਸਹਾਰਨ ਲਈ ਤਿਆਰ ਹੋ ਜਾਂਦਾ ਵੀ ਚਲੋ ਥੋੜਾ ਜਿਹਾ ਦੁੱਖ ਬਰਦਾਸ਼ਤ ਕਰੋ, ਸ਼ਾਇਦ ਇਹਦੇ ਤੋਂ ਬਾਅਦ ਵਿੱਚ ਹੀ ਸਾਨੂੰ ਸੁੱਖ ਮਿਲ ਜਾਏ। ਅਸੀਂ ਦੁਖੀ ਵੀ ਇਸ ਕਰਕੇ ਹੋਣਾ ਪ੍ਰਵਾਨ ਕਰ ਲੈਂਦੇ ਹਾਂ ਕਿਉਂਕਿ ਸਾਡੇ ਅੰਦਰ ਕਿਧਰੇ ਨਾ ਕਿਧਰੇ ਸੁਖੀ ਹੋਣ ਦੀ ਖਾਹਿਸ਼ ਬੈਠੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਇਹਨੂੰ ਨਕਾਰਿਆ ਨਹੀਂ। ਹਜ਼ੂਰ ਨੇ ਆਖਿਆ ਸੁਖੀ ਹੋਣਾ ਤੇਰਾ ਫਰਜ਼ ਹੈ ਵੀ ਤੂੰ ਸੁਖੀ ਹੋ ਸਕਦਾ। ਪਰ ਨੁਕਤਾ ਜਿਹੜਾ ਗੁਰਮਤਿ ਨੇ ਸਮਝਾਇਆ ਵੀ ਜਿਸ ਚੀਜ਼ ਵਿੱਚੋਂ ਤੂੰ ਸੁੱਖ ਲੱਭਦਾ ਨਾ, ਉੱਥੋਂ ਤੈਨੂੰ ਸੁੱਖ ਲੱਭਣਾ ਨਹੀਂ, ਉੱਥੋਂ ਸੁੱਖ ਨਹੀਂ ਮਿਲੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਪੜ੍ਹੀਏ ਤੇ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੰਸਾਰ ਦਾ ਹਰ ਮਨੁੱਖ ਸੁੱਖ ਲੱਭਣ ਲਈ ਕਿੰਨੇ ਕਰਮ ਤੇ ਕਿੰਨੇ ਯਤਨ ਤੇ ਕਿੰਨੀਆਂ ਕੋਸ਼ਿਸ਼ਾਂ ਕਰਦਾ, ਪਰ ਜਦੋਂ ਉਹ ਸਾਰੀਆਂ ਪੰਡਾਂ ਨੂੰ ਖੋਲ ਕੇ ਵੇਖੇ ਤੇ ਉਹਦੇ ਵਿੱਚੋਂ ਸੁੱਖ ਦੀ ਬਜਾਏ ਉਹਨੂੰ ਦੁੱਖ ਹੀ ਮਿਲਦਾ ਹੈ। ਸੁੱਖ ਕੀਆਂ ਪੰਡਾਂ ਖੁੱਲੀਆਂ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ ਦੁਖੀਆ ਚੱਲਿਆ ਰੋਏ। ਸਾਰੀ ਉਮਰ ਕੋਸ਼ਿਸ਼ਾਂ ਵੀ ਕੀਤੀਆਂ, ਯਤਨ ਵੀ ਕੀਤੀਆਂ, ਪਰ ਜਦੋਂ ਪੰਡ ਖੋਲ ਕੇ ਵੇਖੀ ਤੇ ਦੁੱਖਾਂ ਦੀ ਪੰਡ ਵਿੱਚੋਂ ਕੋਈ ਸੁੱਖ ਨਾ ਨਿਕਲਿਆ, ਦੁੱਖ ਹੀ ਨਿਕਲੇ। ਕਬੀਰ ਸਾਹਿਬ ਆਪਣੀ ਬਾਣੀ ਚ ਇਹਨੂੰ ਕਹਿਣਗੇ ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮੋ ਨਾ ਮੰਗਿਆ ਭਾਵੇ, ਵਿਖਿਆ ਅਜੋਂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਕਿਵੇਂ ਸੁਖੀ ਹੋ ਸਕਦੇ? ਜਿੰਨਾ ਸੁੱਖ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨੇ ਕੰਪਲਿਕੇਟਡ ਹੋ ਜਾਂਦੇ ਆ, ਉਹਨੇ ਦੁਖੀ ਹੋ ਜਾਂਦੇ ਆ, ਉਹਨਾਂ ਮਸਲਾ ਹੋਰ ਗੁੰਝਲਦਾਰ ਤੇ ਹੋਰ ਪਰੇਸ਼ਾਨੀ ਦਾ ਸਬਬ ਬਣਦਾ, ਕਾਰਨ ਬਣਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਜੀਵਨ ਦਾ ਰਹੱਸ ਸਮਝਾਉਂਦਿਆਂ ਇਹ ਨੁਕਤਾ ਸਾਡੇ ਨਾਲ ਬਾਣੀ 'ਚ ਸਾਂਝਾ ਕੀਤਾ। ਸਤਿਗੁਰੂ ਕਹਿਣ ਲੱਗੇ ਜਿੱਥੋਂ ਤੂੰ ਸੁੱਖ ਲੱਭਦਾ ਨਾ, ਮਿਲੇਗਾ ਨਹੀਂ। ਪਤਾ ਕਿਉਂ? ਕਿਉਂਕਿ ਬੇਸਿਕਲੀ ਸੁੱਖ ਤੇਰੇ ਅੰਦਰ ਹੀ। ਸਭ ਕੁਛ ਘਰ ਮੈਂ ਬਾਹਰ ਨਹੀਂ। ਸਭ ਕੁਝ ਤੇਰੇ ਘਰ ਦੇ ਵਿੱਚ, ਅੰਮ੍ਰਿਤ ਵੀ ਤੇਰੇ ਘਰ ਵਿੱਚ ਹੈ, ਪਰਮਾਤਮਾ ਵੀ ਤੇਰੇ ਹਿਰਦੇ ਵਿੱਚ ਹੈ, ਧਰਮ ਵੀ ਤੇਰੇ ਹਿਰਦੇ ਵਿੱਚ, ਸਾਰਾ ਕੁਝ ਤੇਰੇ ਹਿਰਦੇ ਦੇ ਵਿੱਚ ਹੀ। ਹੁਣ ਵੇਖੋ ਨਾ ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ। ਅਸੀਂ ਕਿਸੇ ਨੂੰ ਪੁੱਛਿਆ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਧਰਮ ਕਮਾਉਣਾ ਚਾਹੁੰਦੇ ਹਾਂ, ਸੁਖੀ ਹੋਣਾ ਚਾਹੁੰਦੇ ਹਾਂ, ਤੇ ਸਾਨੂੰ ਕੀ ਆਖਿਆ? ਪਹਾੜਾਂ ਦੀਆਂ ਕੁੰਦਰਾਂ ਤੇ ਚਲੇ ਜਾਓ, ਜੰਗਲਾਂ ਦੇ ਵਿੱਚ ਚਲੇ ਜਾਓ, ਘਰ ਛੱਡ ਦਿਓ, ਪਰਿਵਾਰ ਛੱਡ ਦਿਓ। ਯਾਨੀ ਕਿ ਕੋਸ਼ਿਸ਼ ਤੇ ਬਹੁਤ ਕੀਤੀ ਜਾ ਰਹੀ ਹੈ, ਪਰ ਜਿੰਨੀ ਵੀ ਕੋਸ਼ਿਸ਼ ਹੈ ਉਹ ਸਾਰੀ ਬਾਹਰ ਮੁਖੀ ਹੈ, ਅੰਤਰਮੁਖੀ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਨੇ ਆਖਿਆ ਸਭ ਕੁਝ ਭਲਿਆ ਤੇਰੇ ਹਿਰਦੇ ਘਰ ਵਿੱਚ ਹੀ, ਬਾਹਰ ਲੱਭਣ ਦੀ ਕੀ ਕੋਸ਼ਿਸ਼ ਕਰਦਾ। ਜਦੋਂ ਗੁਰਦੇਵ ਬਾਣੀ ਦੇ ਵਿੱਚ ਇਹ ਕਹਿਣਗੇ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹ ਦਿਖਾਇਆ ਥਾ, ਗੁਰੂ ਨੇ ਸਾਰਾ ਕੁਝ ਘਰ ਵਿੱਚ ਹੀ ਵਿਖਾ ਦਿੱਤਾ, ਮੈਂ ਬਾਹਰ ਕਿਉਂ ਲੱਭਾਂ ਜਾ ਕੇ? ਹਰ ਚੀਜ਼ ਮੇਰੇ ਹਿਰਦੇ। ਆਪਾਂ ਜਦੋਂ ਇਹ ਸਾਖੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਭਾਈ ਸੱਜਣ ਦੇ ਕੋਲ ਗਏ, ਹਜ਼ੂਰ ਨੇ ਉਹਨੂੰ ਬਾਹਰੋਂ ਕੁਝ ਨਹੀਂ ਦਿੱਤਾ। ਗੁਰਦੇਵ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਭਾਈ ਸੱਜਣ, ਮੈਂ ਤੈਨੂੰ ਕੁਝ ਦੇ ਵੀ ਨਹੀਂ ਸਕਦਾ ਤੇ ਮੇਰੇ ਕੋਲ ਕੁਝ ਹੈ ਵੀ ਨਹੀਂ ਜੋ ਮੈਂ ਤੈਨੂੰ ਦੇਵਾਂ। ਮੈਂ ਤੇ ਤੇਰਾ ਧਿਆਨ ਉਹਨਾਂ ਗੁਣਾਂ ਵਾਲੇ ਬੰਨੇ ਦਿਵਾਉਣ ਆਇਆ ਜੋ ਕੁਦਰਤ ਨੇ ਪਹਿਲਾਂ ਹੀ ਤੇਰੇ ਅੰਦਰ ਪੈਦਾ ਕੀਤੇ ਹੋਏ ਨੇ। ਉਹ ਸਬਰ, ਉਹ ਸੰਤੋਖ, ਉਹ ਸੈਟਿਸਫੈਕਸ਼ਨ, ਉਹ ਨਿਮਰਤਾ, ਇਹ ਸਾਰੇ ਗੁਣ ਜਿਨ੍ਹਾਂ ਨਾਲ ਤੂੰ ਸੁਖੀ ਹੋ ਸਕਦਾ। ਜਿਨ੍ਹਾਂ ਦੀ ਪ੍ਰਾਪਤੀ ਕਰਨ ਤੋਂ ਬਾਅਦ ਜੇ ਉਹ ਗੁਣ ਪ੍ਰਗਟ ਹੋ ਜਾਣ ਤੇ ਤੇਰੇ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀਂ। ਤੂੰ ਜੇ ਸੁੱਖ ਅਜੇ ਵੀ ਬਾਹਰ ਲੱਭਦਾ, ਤੂੰ ਭਰਮ ਦੇ ਵਿੱਚ, ਕਿਉਂਕਿ ਸੁੱਖ ਤੇਰੇ ਅੰਦਰ ਹੈ। ਦੋ ਚੀਜ਼ਾਂ ਵਿੱਚ ਹਮੇਸ਼ਾ ਫਰਕ ਸਮਝਣਾ। ਇੱਕ ਹੁੰਦੀ ਹੈ ਸਹੂਲਤ, ਇੱਕ ਹੁੰਦਾ ਹੈ ਸੁੱਖ। ਸਹੂਲਤ ਜਿਹੜੀ ਹੈ ਤੁਹਾਡੇ ਸਰੀਰ ਨੂੰ ਆਰਜੀ ਤੌਰ ਤੇ ਸੁੱਖ ਦੇ ਸਕਦੀ ਹੈ। ਜਿਵੇਂ ਆਪਾਂ ਨੂੰ ਕੋਈ ਪੁੱਛੇ ਵੀ ਕਿਵੇਂ ਹੋ ਤੁਸੀਂ, ਤੇ ਆਪਾਂ ਕਹਿੰਦੇ ਜਦੋਂ ਦਾ ਏਸੀ ਲਵਾਇਆ ਨਾ ਮੈਂ ਬੜਾ ਸੁਖੀ ਹਾਂ। ਯਾਨੀ ਕਿ ਮੈਂ ਓਨੀ ਦੇਰ ਤੱਕ ਹੀ ਸੁਖੀ ਹਾਂ ਜਿੰਨੀ ਦੇਰ ਤੱਕ ਮੇਰੇ ਘਰ ਵਿੱਚ ਉਹ ਚੱਲਦਾ ਤੇ ਠੀਕ ਠਾਕ ਹੈ। ਜਿੱਦਣ ਉਹ ਖਰਾਬ ਹੋ ਗਿਆ ਮੈਂ ਫਿਰ ਦੁਖੀ ਹੋ ਜਾਣਾ। ਇਹਨੂੰ ਕਹਿੰਦੇ ਨੇ ਆਰਜੀ ਸੁੱਖ, ਆਰਟੀਫਿਸ਼ੀਅਲ ਸੁੱਖ, ਨਕਲੀ ਸੁੱਖ, ਕਿਉਂਕਿ ਉਹ ਸਾਨੂੰ ਹਮੇਸ਼ਾ ਵਾਸਤੇ ਸੁਖੀ ਨਹੀਂ ਕਰ ਸਕਦਾ। ਜਿੰਨੀ ਦੇਰ ਤੱਕ ਉਹ ਫੈਸਿਲਿਟੀ, ਉਹ ਚੀਜ਼ ਸਾਡੇ ਘਰ ਵਿੱਚ ਅਵੇਲੇਬਲ ਹੈ, ਅਸੀਂ ਸੁਖੀ ਹਾਂ। ਜਿੱਦਣ ਉਹ ਚਲੀ ਗਈ ਅਸੀਂ ਫਿਰ ਉੱਥੇ ਖਲੋ ਜਾਵਾਂਗੇ। ਇਹ ਹੈ ਸਹੂਲਤ।
ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸੁਖ ਤੇ ਆਨੰਦ ਆਖਿਆ ਨਾ, ਉਹ ਹੈ ਮਨ ਦੀ ਅਵਸਥਾ, ਮਨ ਦਾ ਲੈਵਲ। ਜਦੋਂ ਗੁਰਦੇਵ ਕਹਿਣਗੇ ਜਿਸ ਗਰੇ ਬਹੁਤ ਤਿਸੇ ਗਰੇ ਚਿੰਤਾ, ਜਿਸ ਗਰੇ ਥੋਰੀ ਸੋ ਫਿਰੇ ਭਰਮੰਤਾ, ਦੁਹੂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਪਾੜੀਏ। ਉਹ ਸੁਹੇਲਾ ਹੈ, ਉਹ ਸੁਖੀ ਹੈ। ਉਹਨੂੰ ਵਾਧੂ ਵੇਖ ਕੇ ਚਿੰਤਾ ਕੋਈ ਨਹੀਂ ਤੇ ਘੱਟ ਵੇਖ ਕੇ ਭਟਕਣਾ ਕੋਈ ਨਹੀਂ। ਉਹ ਦੋਨਾਂ ਦੇ ਵਿੱਚੋਂ ਨਿਰਲੇਪ ਹੈ, ਉਹ ਸਟੇਬਲ ਹੈ, ਉਹਦਾ ਮਨ ਭਟਕਣਾ ਦੇ ਵਿੱਚ ਨਹੀਂ ਹੈਗਾ। ਅਸੀਂ ਅਜੇ ਭਟਕਣਾ ਦੇ ਵਿੱਚ। ਇਸੇ ਕਰਕੇ ਵੇਖੋ, ਜਿਨ੍ਹਾਂ ਦੇ ਕੋਲ ਜਿਹੜੇ ਇਹ ਸਮਝਦੇ ਸਨ ਕਿ ਸਹੂਲਤਾਂ ਮਿਲ ਜਾਣ, ਦੁਨੀਆ ਦੇ ਪਦਾਰਥ ਮਿਲ ਜਾਣ, ਦੁਨੀਆ ਦੀ ਪਦਵੀ ਤੇ ਸਹੂਲਤ ਮਿਲ ਜਾਏ ਤੇ ਅਸੀਂ ਸੁਖੀ ਹੋ ਜਾਵਾਂਗੇ, ਅਜੇ ਵੀ ਤੁਸੀਂ ਉਹਨਾਂ ਦੇ ਮੱਥੇ ਤੇ ਤਿਉੜੀ ਵੇਖੋਗੇ। ਤੇ ਜਿਨ੍ਹਾਂ ਦੇ ਮਨ ਦਾ ਲੈਵਲ ਉੱਚਾ, ਉਹਨਾਂ ਦੇ ਕੋਲ ਕੁਝ ਵੀ ਨਾ ਹੋਵੇ, ਉਹ ਫੁੱਟਪਾਥ ਤੇ ਬਹਿ ਕੇ ਵੀ, ਸੁੱਕੇ ਚੌਲ ਖਾ ਕੇ ਵੀ ਆਪਣੇ ਪਰਿਵਾਰ ਦੇ ਨਾਲ ਬੜੇ ਹੱਸ ਰਹੇ ਹੁੰਦੇ ਨੇ, ਬੜੇ ਬੜੇ ਚਾਅ ਦੇ ਨਾਲ ਆਪਣੇ ਜੀਵਨ ਨੂੰ ਇੰਜੋਏ ਕਰ ਰਹੇ ਹੁੰਦੇ ਨੇ, ਕਿਉਂਕਿ ਇਹ ਮਨ ਦਾ ਵਿਸ਼ਾ ਹੈ। ਮਨ ਦਾ ਵਿਸ਼ਾ ਹੈ। ਜੇ ਤੁਹਾਡਾ ਮਨ ਸੱਚਮੁੱਚ ਹੀ ਕਰਤੇ ਪੁਰਖ ਵਾਹਿਗੁਰੂ ਦੇ ਗੁਣਾਂ ਨਾਲ ਭੇਦ ਹੈ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਦੁਖੀ ਨਹੀਂ ਕਰ ਸਕਦੀ। ਹਾਂ, ਦੁੱਖ ਦੇ ਸਕਦੀ, ਦੁੱਖ ਦੇ ਸਕਦੀ, ਦੁਖੀ ਨਹੀਂ ਕਰ ਸਕਦੀ। ਕਿਸੇ ਵਿਦਵਾਨ ਨੇ ਇਸੇ ਕਰਕੇ ਗੱਲ ਕੇ ਕਹਿਣ ਲੱਗਾ, ਤੁਸੀਂ ਮਨਮੁਖ ਨੂੰ ਸੁੱਖ ਦੇ ਸਕਦੇ ਹੋ, ਸੁਖੀ ਨਹੀਂ ਕਰ ਸਕਦੀ। ਮਨਮੁਖ ਨੂੰ ਸੁੱਖ ਦਿੱਤੇ ਜਾ ਸਕਦੇ ਨੇ, ਸੁਖੀ ਨਹੀਂ ਕੀਤਾ ਜਾ ਸਕਦਾ। ਗੁਰਮੁਖ ਨੂੰ ਦੁੱਖ ਦਿੱਤੇ ਜਾ ਸਕਦੇ ਨੇ, ਦੁਖੀ ਨਹੀਂ ਕੀਤਾ ਜਾ ਸਕਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਦੇਣਾ, ਇਹਦੇ ਨਾਲੋਂ ਵੱਡਾ ਦੁੱਖ ਕਿਹੜਾ ਹੋ ਸਕਦਾ। ਸੀਸ ਵਿੱਚ ਗਰਮ ਰੇਤ ਦਾ ਪਾਉਣਾ, ਉਬਲਦੀ ਹੋਈ ਦੇਗ ਵਿੱਚ ਉਬਾਲ ਦੇਣਾ। ਪਰ ਫਿਰ ਜੇ ਕੋਈ ਇਹ ਆਖੇ ਵੀ ਵੇਖੋ ਜੀ, ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁਖੀ ਨਹੀਂ ਕਰ ਪਾਏ। ਤੁਸੀਂ ਦੁੱਖ ਦੇ ਸਕਦੇ ਸੀ, ਤੁਹਾਡੇ ਵੱਸ ਵਿੱਚ ਸੀ। ਤਸੀਹੇ ਦੇ ਸਕਦੇ ਸੀ, ਤੁਹਾਡੇ ਵੱਸ ਵਿੱਚ ਸੀ। ਪਰ ਜੇ ਫਿਰ ਵੀ ਕੋਈ ਆਖੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੁਖੀ ਨੇ ਤੇ ਹਜ਼ੂਰ ਦੁਖੀ ਨਹੀਂ, ਉਹਦੀ ਵਜ੍ਹਾ ਕੀ ਹੈ? ਕਿਉਂਕਿ ਉਹਨਾਂ ਦੇ ਮਨ ਦਾ ਲੈਵਲ ਬਹੁਤ ਉੱਚਾ। ਉਸ ਅਵਸਥਾ ਦੇ ਵਿੱਚ ਜਾ ਕੇ ਵੀ ਕੀ ਕਹਿੰਦੇ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਹੁਣ ਵੇਖੋ, ਕੋਸ਼ਿਸ਼ ਕੀਤੀ ਗਈ ਦੁੱਖ ਦੇਣ ਦੀ, ਪਰ ਦੁਖੀ ਨਹੀਂ ਕਰ ਸਕੇ। ਕਿਉਂਕਿ ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਗੁਰੂ ਦੀ ਬੰਦਗੀ ਤੇ ਇਬਾਦਤ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ। ਤੇ ਮਨਮੁਖ ਨੂੰ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਉਹ ਹਰ ਵੇਲੇ ਪਰੇਸ਼ਾਨ ਤੇ ਖਿਜਿਆ ਹੋਇਆ ਰਹੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਵਲੀ ਕੰਧਾਰੀ ਦੇ ਕੋਲ ਜਾ ਕੇ ਥੋੜੀ ਦੂਰੀ ਦੇ ਉੱਤੇ ਮਹਾਰਾਜ ਵਿਸ਼ਰਾਮ ਕਰ ਰਹੇ ਹੁੰਦੇ ਨੇ, ਉਹਨੂੰ ਇਉਂ ਲੱਗਾ ਕਿ ਜੇ ਇਹ ਫਕੀਰ, ਜੇ ਇਹ ਸਾਧ ਮੇਰੇ ਕੋਲ ਰਹਿ ਗਿਆ ਤੇ ਜਿਹੜੀ ਮੇਰੀ ਮਾਣ, ਮੇਰੀ ਪ੍ਰਤਿਸ਼ਠਾ, ਮੇਰੀ ਮਰਿਆਦਾ, ਲੋਕ ਮੈਨੂੰ ਫੋਲੋ ਕਰਦੇ ਨੇ, ਮੱਥੇ ਟੇਕਦੇ ਨੇ, ਫਿੱਕ ਪੈ ਜਾਏਗਾ। ਲੋਕ ਮੇਰੀ ਗਿਣਤੀ ਘਟ ਜਾਏਗੀ, ਮੇਰੇ ਫੋਲੋਅਰਸ ਘਟ ਜਾਣਗੇ। ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨਾਂ ਦੇ ਉੱਤੇ ਪੱਥਰ ਸੁੱਟ ਕੇ ਵੱਢਾ, ਔਰ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਮਹਾਰਾਜ ਦਾ ਤੇ ਮਕਸਦ ਨਹੀਂ ਸੀ ਹੈਗਾ ਵੀ ਮੈਂ ਵਲੀ ਕੰਧਾਰੀ ਦਾ ਸਤਿਕਾਰ ਘਟਾ ਦਿਆਂ, ਜਾਂ ਇਹਦੀ ਰਿਸਪੈਕਟ ਦੀ ਹਾਨੀ ਕਰਾਂ, ਜਾਂ ਇਹਦਾ ਨੁਕਸਾਨ ਕਰਨ ਵਾਸਤੇ, ਜਾਂ ਇਹਦੇ ਫੋਲੋਅਰਸ ਮੇਰੇ ਕੋਲ ਆ ਜਾਣ। ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਕੋਈ ਐਸੀ ਗੱਲ ਹੀ ਨਹੀਂ ਸੀ। ਪਰ ਉਹਨੂੰ ਖੁਦ ਹੀ ਮਹਿਸੂਸ ਹੋਇਆ ਵੀ ਜੇ ਇਹ ਇੱਥੇ ਰਹਿ ਗਏ ਤੇ ਮੇਰਾ ਕੀ ਬਣੇਗਾ। ਦੁਖੀ ਹੈ ਉਹਦਾ ਮਨ, ਉਹ ਹਰ ਵੇਲੇ ਅੰਦਰੋਂ ਕਲਪਿਆ ਹੋਇਆ ਮਹਿਸੂਸ ਕਰਦਾ ਆਪਣੇ ਆਪ ਨੂੰ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ, ਗੁਰਮੁਖ ਨੂੰ ਤੁਸੀਂ ਦੁੱਖ ਦੇ ਸਕਦੇ ਹੋ, ਨਹੀਂ ਕਰ ਸਕਦੇ। ਜਦੋਂ ਕੋਟ ਲਖਪਤ ਦੀਆਂ ਜੇਲ੍ਹਾਂ ਦਾ ਉਹ ਇਤਿਹਾਸ ਉਸ ਗੱਲ ਪੜ੍ਹਦੇ, ਵੇਖੋ ਇਹ ਉਦਾਹਰਨਾਂ ਮੈਂ ਇਸ ਕਰਕੇ ਸਾਂਝੀਆਂ ਕਰ ਰਿਹਾ ਤਾਂ ਕਿ ਅਸੀਂ ਨੁਕਤੇ ਨੂੰ ਸਮਝੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਿਹਨੂੰ ਸੁੱਖ ਆਖਿਆ। ਆਪਾਂ ਜਦੋਂ ਪੂਰੀ ਦੀ ਪੂਰੀ ਹਿਸਟਰੀ ਪੜ੍ਹਦੇ ਹਾਂ ਵੀ ਉਹਨਾਂ ਬਜ਼ੁਰਗ ਮਾਤਾਵਾਂ ਦੇ ਗਲਾਂ ਦੇ ਵਿੱਚ, ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ, ਨੇਜਿਆਂ ਦੇ ਵਿੱਚ ਪਰੋਇਆ ਗਿਆ, ਖੰਨਾ ਖੰਨਾ ਖਾਣ ਵਾਸਤੇ ਦੇਣਾ, ਪਾਣੀ ਦਾ ਅੱਧਾ ਪਿਆਲਾ ਪੀਣ ਵਾਸਤੇ ਦੇਣਾ। ਕਿੰਨੇ ਕਿੰਨੇ ਦੁੱਖ, ਕਿੰਨੇ ਤਸੀਹੇ ਤੇ ਕਿਵੇਂ ਟੌਰਚਰ ਕੀਤਾ ਜਾ ਰਿਹਾ ਉਹਨਾਂ ਨੂੰ। ਪਰ ਇਸ ਸਾਰੇ ਕੁਝ ਦੇ ਬਾਅਦ ਵਿੱਚ ਵੀ ਉਹ ਦੁਖੀ ਹੋਏ ਨਹੀਂ। ਉਹਨਾਂ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ, ਹੇ ਅਕਾਲ ਪੁਰਖ, 4 ਪੈਰ ਦਿਵਸ ਵਿੱਚ ਬਤੀਤ ਹੋਇਆ, ਕਿਰਪਾ ਕਰੋ ਰਹਿਣ ਵੀ ਆਪ ਜੀ ਦੇ ਭਾਣੇ ਵਿੱਚ ਹੀ ਬਤੀਤ ਹੋਵੇ। ਉਹ ਕਹਿੰਦੇ ਨੇ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਆਪਣੇ ਆਪ ਨੂੰ ਗੁਰੂ ਦਾ ਹੁਕਮ ਕੀ ਹੈ, ਗੁਰੂ ਦਾ ਭਾਣਾ ਕੀ ਹੈ, ਉਹ ਆਪਣੇ ਆਪ ਨੂੰ ਰੱਖ ਕੇ ਵੇਖੋ। ਸਹੂਲਤ ਕੋਲ ਨਹੀਂ ਹੈਗੀ, ਫੈਸਿਲਿਟੀ ਕੋਈ ਕੋਲ ਨਹੀਂ ਹੈਗੀ,
ਅੱਧਾ ਪ੍ਰਸ਼ਾਦ ਤੇ ਅੱਧਾ ਪਿਆਲਾ ਪਾਣੀ ਦਾ ਪੀ ਕੇ ਤੇ ਫਿਰ ਵੀ ਉਹ ਕੀ ਕਹਿੰਦੇ ਨੇ, ਮਹਾਰਾਜ ਅਸੀਂ ਬੜੇ ਆਨੰਦ ਪ੍ਰਸੰਨ ਹਾਂ। ਇਸੇ ਕਰਕੇ ਤੇ ਆਪਾਂ ਉਹਨਾਂ ਨੂੰ ਚਿੱਤ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਜਿਹੜਾ ਧਰਮ ਅਸੀਂ ਤੁਹਾਡੇ ਸਾਹਮਣੇ ਜੀ ਕੇ ਜਾ ਰਹੇ ਹਾਂ ਨਾ, ਇਹ ਸਾਨੂੰ ਜਿੰਨੇ ਮਰਜ਼ੀ ਦੁੱਖ ਦੇਣ, ਅਸੀਂ ਤੁਹਾਡੇ ਵਾਸਤੇ ਐਸੀਆਂ ਪੈੜਾਂ ਪੈ ਜਾਵਾਂਗੇ, ਤੁਸੀਂ ਉਹਨਾਂ ਵਿੱਚ ਤੁਰੋਗੇ, ਤੁਹਾਨੂੰ ਸੁਖਾਲਾ ਹੋ ਜਾਏਗਾ ਤੁਰਨਾ। ਤੁਹਾਡੇ ਕੋਲ ਕੋਈ ਸਹੂਲਤ ਵੀ ਨਹੀਂ ਹੋਏਗੀ, ਤੁਸੀਂ ਤਾਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਖਲੋ ਕੇ ਇਹੀ ਕਹੋਗੇ, ਮਹਾਰਾਜ ਮੈਂ ਬੜਾ ਆਨੰਦ ਵਿੱਚ ਹਾਂ, ਕਿਉਂਕਿ ਇਹ ਮਨ ਦਾ ਵਿਸ਼ਾ ਹੈ। ਸਤਿਗੁਰੂ ਨੂੰ ਕਹਿੰਦੇ ਨੇ ਬਾਣੀ 'ਚ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਈ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹਨਾਂ ਦਾ ਅੰਦਰ ਵੀ ਸੁਖੀ ਹੋ ਗਿਆ, ਉਹਨਾਂ ਦਾ ਬਾਹਰ ਵੀ ਸੁਖੀ ਹੋ ਗਿਆ। ਤੇ ਜਿੱਦਣ ਅੰਦਰ ਤੇ ਬਾਹਰ ਦੋਵੇਂ ਸੁਖੀ ਹੋ ਗਏ, ਉਦਣ ਸਿੱਖ ਕੀ ਕਹੇਗਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਉਹਦੇ ਕੋਲ ਕੁਝ ਵੀ ਨਹੀਂ ਹੈ, ਲੋਕ ਉਹਨੂੰ ਪੁੱਛਦੇ ਨੇ ਕੀ ਹਾਲ ਹੈ, ਤੇ ਉਹ ਕਹਿੰਦਾ ਚੜ੍ਹਦੀ ਕਲਾ ਦੇ ਵਿੱਚ। ਸੁੱਕੇ ਛੋਲੇ ਨੇ ਖਾਣ ਵਾਸਤੇ, ਉਹ ਛੱਕ ਕੇ ਵੀ ਇਹਨੂੰ ਬਦਾਮ ਕਹਿੰਦੇ ਨੇ। ਉਹ ਕਦੇ ਨਹੀਂ ਕਹਿੰਦੇ ਸਾਡੇ ਚੁੱਲ੍ਹਿਆਂ ਦੇ ਵਿੱਚ ਪਾਣੀ ਪੈ ਗਿਆ, ਜਾਂ ਸਾਡੇ ਕੋਠਿਆਂ ਤੇ ਘਾਹ ਉੱਗ ਆਇਆ। ਉਹ ਕੀ ਕਹਿੰਦੇ ਨੇ, ਸਿੰਘ ਕੜਾਕੇ ਕੱਟ ਰਹੇ ਨੇ। ਇੰਨਾ ਵੱਡਾ ਖੂਨੀ ਦੌਰ ਚੱਲਣਾ, ਪਰ ਉਹਨਾਂ ਨੇ ਇਹ ਨਹੀਂ ਆਖਿਆ ਵੀ ਸਾਡੀ ਤਬਾਹੀ ਹੋ ਗਈ ਹੈ। ਉਹ ਇਹੀ ਕਹਿੰਦੇ ਰਹੇ, ਸਾਡੇ ਨਾਲ ਘੱਲੂਘਾਰਾ ਵਾਪਰਿਆ। ਇਹਨਾਂ ਸ਼ਬਦਾਂ ਦੇ ਪਿੱਛੇ ਦਾ ਜਿਹੜਾ ਮਨੋਵਿਗਿਆਨ ਹੈ ਨਾ, ਜਦੋਂ ਅਸੀਂ ਇਸ ਮਨੋਵਿਗਿਆਨ ਨੂੰ ਵੇਖਣ ਦੀ ਤੇ ਸਮਝਣ ਦੀ ਤੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਸਾਨੂੰ ਰਿਅਲਾਈਜ਼ ਹੋਏਗਾ, ਅਹਿਸਾਸ ਹੋਏਗਾ ਵੀ ਅੱਛਾ ਇੰਨੇ ਵੱਡੇ ਪੱਧਰ ਤੇ ਜੀਵਨ ਜੀ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਬਾਣੀ ਵਿੱਚ ਇਸੇ ਨੂੰ ਆਖਿਆ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ। ਸੁਖ ਤੇਰੇ ਜੀਵਨ ਵਿੱਚ, ਅੰਮ੍ਰਿਤ ਧਰਮ ਤੇਰੇ ਜੀਵਨ ਦੇ ਵਿੱਚ, ਬਾਹਰ ਨਾ ਲੱਭ ਜਾਵੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੀ ਬਾਣੀ 'ਚ ਕਹਿੰਦੇ ਨੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਹਨੂੰ ਬਾਣੀ 'ਚ ਇਵੇਂ ਵੀ ਕਹਿੰਦੇ ਨੇ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਸਭ ਕੁਝ ਸੱਚ ਵੀ ਤੇਰੇ ਅੰਦਰ ਹੀ ਏ, ਨਿਮਰਤਾ ਵੀ ਤੇਰੇ ਅੰਦਰ ਹੀ ਏ, ਸਬਰ ਤੇ ਸੰਤੋਖ ਵੀ ਤੇਰੇ ਅੰਦਰ ਹੀ ਏ, ਝੂਠ ਵੀ ਤੇਰੇ ਅੰਦਰ ਹੀ ਏ। ਤੇਰੀ ਮਰਜ਼ੀ ਏ, ਤੂੰ ਕਿਹੜਾ ਜੀਵਨ ਜੀਣਾ ਚਾਹੁੰਦਾ। ਦੁੱਖ ਵੀ ਤੇਰੇ ਅੰਦਰ ਅਵੇਲੇਬਲ ਹੈ, ਸੁੱਖ ਵੀ ਤੇਰੇ ਅੰਦਰ ਅਵੇਲੇਬਲ ਹੈ। ਤੂੰ ਵੇਖ ਵੀ ਤੂੰ ਦੁਖੀ ਹੋਣਾ ਚਾਹੁੰਦਾ ਕਿ ਸੁਖੀ ਹੋਣਾ ਚਾਹੁੰਦਾ। ਜੇ ਤੇ ਲੋਕਾਂ ਦੇ ਹਿਸਾਬ ਨਾਲ ਚੱਲੇਗਾ, ਉਹ ਹਮੇਸ਼ਾ ਤੈਨੂੰ ਦੁਖੀ ਵੇਖਣਾ ਚਾਹੁੰਦੇ ਨੇ, ਚੱਲਦਾ ਰਹੋ ਫਿਰ ਉਹਨਾਂ ਦੇ ਹਿਸਾਬ ਦੇ ਨਾਲ। ਗੁਰੂ ਦੇ ਹਿਸਾਬ ਨਾਲ ਚੱਲੇਗਾ, ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਣਗੇ ਵੀ ਸੁੱਖ ਦੇ ਮਾਇਨੇ ਕੀ ਹੁੰਦੇ ਨੇ ਜੀਵਨ ਦੇ ਵਿੱਚ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹਰੀ ਨੂੰ ਧਿਆ, ਹਰੀ ਦਾ ਸਿਮਰਨ, ਉਹਦੀ ਬੰਦਗੀ, ਉਹਦੀ ਇਬਾਦਤ ਕਰ, ਤੂੰ ਸੁਖੀ ਹੋ ਜਾਏਗਾ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੇ ਮਿੱਠਾ ਲਾਇਆ। ਗੁਰੂ ਨੇ ਮੈਨੂੰ ਪਰਮਾਤਮਾ ਦਾ ਭਾਣਾ, ਪਰਮੇਸ਼ਰ ਦਾ ਭਾਣਾ ਕਿਵੇਂ ਮਿੱਠਾ ਕਰਕੇ ਮੰਨਿਆ ਜਾਏ। ਮਿੱਠਾ ਕਰਕੇ ਮੰਨਣ ਦਾ ਮਤਲਬ ਹੈ ਮੈਂ ਉਹਨੂੰ ਅਸੈਪਟ ਕਰਾਂ, ਮੈਂ ਉਹਨੂੰ ਆਪਣੇ ਜੀਵਨ 'ਚ ਹੰਢਾ ਕੇ ਵੇਖਾਂ, ਔਰ ਆਪਣੇ ਆਪ ਨੂੰ ਉਹਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂ। ਤੇ ਉਹੀ ਗੱਲ ਆਖਾਂ ਜਿਹੜੀ ਕਦੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਕਹਿੰਦੇ ਸਨ, ਤੇਰਾ ਕੀਆ ਮੀਠਾ ਲਾਗੇ। ਯਾਨੀ ਕਿ ਮੈਨੂੰ ਹੁਣ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ, ਸੋਹਣਾ ਲੱਗਦਾ, ਮੈਂ ਉਹਦੇ ਹੁਕਮ ਦੇ ਮੁਤਾਬਿਕ ਜੀਵਨ ਜੀਣਾ ਚਾਹੁੰਦਾ। ਤੋ ਜਿੱਦਣ ਮੈਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗ ਗਿਆ, ਫਿਰ ਮੈਨੂੰ ਕੀ ਮਹਿਸੂਸ ਹੋਏਗਾ। ਫਿਰ ਮੈਂ ਕੀ ਵੇਖਦਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਵੀ ਮੈਨੂੰ ਇਹ ਲੱਗਦਾ ਸੀ ਵੀ ਮੈਂ ਪਰੇਸ਼ਾਨ ਹਾਂ, ਮੈਂ ਦੁਖੀ ਹਾਂ, ਕਿਉਂਕਿ ਮੇਰੇ ਨਾਲ ਕੋਈ ਹੈ ਨਹੀਂ। ਪਰ ਹੁਣ ਮੈਨੂੰ ਕੀ ਮਹਿਸੂਸ ਹੁੰਦਾ ਵੀ ਜਰਰੇ ਜਰਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ, ਹਰ ਚੀਜ਼ ਦੇ ਪਿੱਛੇ ਉਹਦੀ ਸੱਤਾ ਖਲੋਤੀ ਹੋਈ। ਉਹ ਬੇਸ, ਉਹ ਸੱਤਾ, ਉਹ ਮੂਲ ਸਾਰੇ ਸੰਸਾਰ ਦਾ
ਜਿਹਦੇ ਵੱਲ ਇਸ਼ਾਰਾ ਕਰਕੇ ਕਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸੀ, ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕਹੋ ਤੁਮ ਕਿਆ ਕਰਬੇ। ਉਹ ਬੇਸ, ਉਹ ਸੱਤਾ, ਉਹ ਮੂਲ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ। ਆਪੇ ਕੰਡਾ, ਕੰਡਾ ਕਹਿੰਦੇ ਨੇ ਤਰਾਜੂ ਉੱਤੇ, ਤੱਕੜੀ ਉੱਤੇ ਲੱਗੀ ਹੋਈ ਸੂਈ ਜਿਹੜੀ ਦੱਸਦੀ ਹੈ ਵੀ ਵਜਨ ਕਿਹੜੇ ਬੰਨੇ ਜ਼ਿਆਦਾ। ਆਖਿਆ ਉਹ ਕੰਡਾ ਵੀ ਪਰਮੇਸ਼ਰ ਆਪ ਹੈ। ਆਪ ਤਰਾਜੂ, ਆਪੇ ਕੰਡਾ, ਆਪ ਤਰਾਜੀ, ਪ੍ਰਭ ਆਪੇ ਤੋਲ ਤਲਾਇਆ। ਤੱਕੜੀ ਵੀ ਉਹ ਆਪ ਹੈ ਤੇ ਵੱਟਾ ਵੀ ਉਹ ਆਪ ਹੀ ਹੈ। ਯਾਨੀ ਕਿ ਸਾਰੇ ਸੰਸਾਰ ਨੂੰ ਉਹ ਆਪ ਹੀ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ। ਆਪੇ ਕੰਡਾ, ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸ਼ਾਹ, ਆਪੇ ਵਣਜਾਰਾ, ਆਪੇ ਵਣਜ ਕਰਾਇਆ। ਦਾਤ ਦੇਣ ਵਾਲਾ ਵੀ ਉਹ ਹੈ ਤੇ ਜਿਹੜਾ ਦਾਤ ਲੈ ਰਿਹਾ ਉਹਦੇ ਵਿੱਚ ਵੀ ਉਹਦੀ ਸੱਤਾ ਹੈ। ਉਹ ਆਪ ਟਿਕਿਆ ਹੋਇਆ ਬਿਰਾਜਮਾਨ ਹੈ। ਆਪੇ ਸ਼ਾਹ, ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੇ ਪਿੱਛੇ ਟੰਕ ਚੜਾਇਆ। ਇਸ ਖੁੱਲੇ ਆਸਮਾਨ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਉਹਨੇ ਮਾਨੋ ਧਰਤੀ ਨੂੰ ਇਵੇਂ ਟਿਕਾਇਆ ਹੋਇਆ ਜਿਵੇਂ ਧਰਤੀ ਦੇ ਬਦਲੇ ਉਹਨੇ ਕੋਈ ਭਾਰ ਦੂਜੇ ਬੰਨੇ ਵੀ ਰੱਖਿਆ ਹੋਵੇ ਤੇ ਦੋਵਾਂ ਦਾ ਤੋਲ ਬਰਾਬਰ ਕੀਤਾ ਹੋਵੇ। ਇੰਨੇ ਸਹਿਜ ਵਿੱਚ, ਇੰਨੇ ਬੈਲੈਂਸ ਵਿੱਚ ਰੱਖੀਏ ਕਿ ਉਹ ਆਪਣੀ ਧੁਰੀ ਤੇ ਘੁੰਮਦੀ ਏ। ਸਾਰਾ ਸੰਸਾਰ ਉਹਦੇ ਤੇ ਵਿਦਮਾਨ ਹੈ। ਪਰ ਵੇਖੋ ਕਿਵੇਂ ਸਾਰਾ ਸੰਸਾਰ ਚੱਲ ਰਿਹਾ। ਇਹਨੂੰ ਕਹਿੰਦੇ ਧਰਤੀ ਨੂੰ ਉਹਨੇ ਸਾਜ ਕੇ ਤੇ ਖੁੱਲੀ ਹਵਾ ਦੇ ਵਿੱਚ ਛੱਡਿਆ ਹੋਇਆ ਔਰ ਆਪਣੀ ਧੁਰੀ ਤੇ ਉਹ ਘੁੰਮ ਰਹੀ। ਇਹ ਹੈ ਉਹ ਕਰਤੇ ਦਾ ਨਿਜ਼ਾਮ, ਪ੍ਰਬੰਧ ਜਿਹੜਾ ਉਹਨੇ ਸੰਸਾਰ ਵਿੱਚ ਕੀਤਾ ਹੋਇਆ। ਹੁਣ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੂਜੇ ਬੰਦ ਵਿੱਚ ਕਹਿੰਦੇ ਨੇ, ਆਪੇ ਧਰਤੀ, ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਧਰਤੀ ਵੀ ਉਹ ਆਪ ਹੈ, ਧਰਤੀ ਨੂੰ ਸਾਜਣ ਵਾਲਾ ਵੀ ਉਹ ਹੈ, ਪਾਣੀ ਦੀ ਪੈਦਾਇਸ਼ ਕਰਨ ਵਾਲਾ ਵੀ ਉਹ ਹੈ, ਸਭ ਕੁਝ ਕਰਦਾ ਵੀ ਉਹ ਹੈ ਤੇ ਜੀਵਾਂ ਦੇ ਕੋਲੋਂ ਕਰਾਉਂਦਾ ਵੀ ਉਹ। ਯਾਨੀ ਕਿ ਉਹਦੀ ਸੱਤਾ ਹਰ ਜਗ੍ਹਾ ਤੇ ਵਿਦਮਾਨ ਹੈ। ਸਭ ਕੁਝ ਕਰਨ ਵਾਲਾ, ਕਰਾਉਣ ਵਾਲਾ ਉਹ ਆਪ ਹੈ। ਮੈਂ ਆਖਾਂ ਕਿ ਕੁਦਰਤ ਮੇਰੇ ਹਿਸਾਬ ਨਾਲ ਚੱਲੇ, ਨਹੀਂ ਚੱਲੇਗੀ। ਕੁਦਰਤ ਦਾ ਮਾਲਕ ਹੀ ਉਹ ਹੈ ਜਿਹੜਾ ਸਾਰੇ ਸੰਸਾਰ ਦਾ ਪਾਲਕ ਹੈ, ਸੰਚਾਲਕ ਹੈ ਤੇ ਘਾਲਕ ਹੈ। ਉਹ ਸਾਰੇ ਸੰਸਾਰ ਨੂੰ ਚਲਾ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ, ਆਪੇ ਧਰਤੀ, ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਆਖਿਆ ਵੇਖੋ ਉਹਦੇ ਹੁਕਮ ਦਾ ਪ੍ਰਬੰਧ ਵੇਖੋ ਕਿਵੇਂ ਉਹ ਸਾਰੇ ਸੰਸਾਰ ਨੂੰ ਚਲਾ ਰਿਹਾ। ਸਮੁੱਚੇ ਸੰਸਾਰ ਦੇ ਵਿੱਚ 3 ਹਿੱਸੇ ਪਾਣੀ ਹੈ ਤੇ 1 ਹਿੱਸੇ ਧਰਤੀ ਹੈ, ਮਿੱਟੀ ਹੈ। ਪਰ ਜਦੋਂ ਆਪਾਂ ਮਿੱਟੀ ਨੂੰ ਪਾਣੀ ਵਿੱਚ ਰੱਖੀਏ ਤੇ ਮਿੱਟੀ ਦਾ ਸੁਭਾਅ ਹੈ, ਪਾਣੀ ਦਾ ਸੁਭਾਅ ਹੈ ਵੀ ਮਿੱਟੀ ਗਲ ਜਾਏਗੀ, ਉਹ ਖਤਮ ਹੋ ਜਾਏਗੀ, ਡਿਸਟਰੋਏ ਹੋ ਜਾਏਗੀ। ਪਰ ਵੇਖੋ 3 ਹਿੱਸੇ ਪਾਣੀ ਵੀ ਮਿੱਟੀ ਨੂੰ ਕੁਝ ਕਹਿੰਦਾ ਨਹੀਂ। ਇਹ ਸਿਸਟਮ ਹੈ ਉਹਦਾ ਕ੍ਰੀਏਟ ਕੀਤਾ ਹੋਇਆ। ਮਾਨੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਮਾਨੋ ਇਸ ਕੁਦਰਤ ਨੂੰ ਵੇਖ ਕੇ ਇਵੇਂ ਲੱਗਦਾ ਵੀ ਜਿਵੇਂ ਪਾਣੀ ਨੂੰ ਉਹਨੇ ਡਰਾ ਕੇ ਰੱਖਿਆ ਹੋਵੇ। ਪਾਣੀ ਨੂੰ ਡਰਾ ਕੇ ਹਜ਼ੂਰ ਨੇ ਕੀ ਆਖਿਆ, ਆਪੇ ਹੀ ਭਉ ਪਾਇੰਦਾ ਪਿਆਰਾ। ਆਪਣੇ ਹੁਕਮ ਦੇ ਅਦਬ ਦੇ ਵਿੱਚ, ਹੁਕਮ ਦੇ ਅਦਬ 2 ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ। ਭਉ ਦੇ 2 ਅਰਥ ਨੇ, ਇੱਕ ਹੈ ਅਦਬ, ਇੱਕ ਹੈ ਡਰ। ਇੱਕ ਹੈ ਡਰਨਾ, ਇੱਕ ਹੈ ਅਦਬ ਦੇ ਵਿੱਚ ਰਹਿਣਾ, ਸਤਿਕਾਰ ਦੇ ਵਿੱਚ ਰਹਿਣਾ। ਮਾਨੋ ਪਾਣੀ ਅਕਾਲ ਪੁਰਖ ਦੇ ਹੁਕਮ ਦੇ ਅਦਬ ਦੇ ਵਿੱਚ ਹੈ ਵੀ ਮਿੱਟੀ ਨੂੰ ਕੁਝ ਕਹਿੰਦਾ ਨਹੀਂ। ਹਾਲਾਂਕਿ 2 ਆਪੋਜਿਟ ਤੱਤ ਨੇ, ਵਿਰੋਧੀ ਤੱਤ ਨੇ। ਪਾਣੀ ਦਾ ਤੇ ਮਿੱਟੀ ਦਾ ਕੋਈ ਸਾਂਝ ਰਿਲੇਸ਼ਨ ਨਹੀਂ ਹੈਗਾ। ਔਰ ਹਜ਼ੂਰ ਨੇ ਉਦਾਹਰਣ ਵੇਖੋ ਕਿੰਨੀ ਪਿਆਰੀ ਵਰਤੀ। ਕਹਿਣ ਲੱਗੇ ਤੇ ਇਵੇਂ ਲੱਗਦਾ ਬੰਨ ਬੱਕਰੀ ਸ਼ੀ ਹੰਡਾਇਆ, ਵੀ ਜਿਵੇਂ ਬੱਕਰੀ ਦੇ ਨਾਲ ਕਿਸੇ ਨੇ ਸ਼ੇਰ ਨੂੰ ਬੰਨ ਦਿੱਤਾ ਹੋਵੇ। ਹੁਣ ਸ਼ੇਰ ਦਾ ਤੇ ਬੱਕਰੀ ਦਾ ਕੀ ਸੁਮੇਲ ਹੈ ਭਲਾ, ਕਿਉਂਕਿ ਸ਼ੇਰ ਦੇ ਕੋਲ ਬੱਕਰੀ ਆਏਗੀ ਤੇ ਉਹ ਖਾ ਜਾਏਗਾ। ਪਾਣੀ ਦੇ ਵਿੱਚ ਥੋੜੀ ਮਿੱਟੀ ਹੋਏਗੀ ਤੇ ਪਾਣੀ ਉਹਨੂੰ ਗਾਲ ਦੇਗਾ। ਯਾਨੀ ਕਿ ਵਿਰੋਧੀ ਤੱਤ ਇਕੱਠੇ ਕੀਤੇ ਨੇ। ਹੁਣ ਇਸ ਬੋਡੀ ਵੱਲ ਵੇਖੋ, ਅੱਗ ਤੇ ਪਾਣੀ ਕਦੇ ਇਕੱਠੇ ਨਹੀਂ ਰਹਿ ਸਕਦੇ, ਪਰ ਕੁਦਰਤ ਨੇ 5 ਤੱਤ ਇਸ ਸਰੀਰ 'ਚ, ਬੋਡੀ 'ਚ ਪੈਦਾ ਕੀਤੇ ਨੇ। ਹਵਾ, ਮਿੱਟੀ, ਪਾਣੀ, ਆਕਾਸ਼, ਇਹ ਸਾਰਾ ਕੁਝ, ਅਗਨ, ਸਾਰਾ ਕੁਝ ਸਾਡੀ ਬੋਡੀ ਵਿੱਚ ਹੈ। ਯਾਨੀ ਕਿ 5 ਵਿਰੋਧੀ ਤੱਤ ਇਕੱਠੇ ਕਰਕੇ ਉਹਨੇ ਇੱਕ ਸਟਰਕਚਰ, ਇੱਕ ਢਾਂਚਾ ਬਣਾ ਦਿੱਤਾ। ਹੁਣ ਸਤਿਗੁਰੂ ਕਹਿੰਦੇ ਨੇ ਇਹ ਵਿਰੋਧੀ ਤੱਤ ਇਕੱਠੇ, ਬੰਨ ਬੱਕਰੀ ਸ਼ੀ ਹੰਡਾਇਆ। ਆਪੇ ਕਾਸ਼ਟ, ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਹਰ ਲੱਕੜੀ ਦੇ ਵਿੱਚ ਅੱਗ ਹੈ, ਹਰ ਲੱਕੜੀ ਦੇ ਵਿੱਚ ਅੱਗ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀ। ਹਰ ਮਿੱਟੀ ਦੇ ਵਿੱਚ ਜਿਵੇਂ ਪਾਣੀ ਤੇ ਮਿੱਟੀ ਇਕੱਠੇ ਵਿਰੋਧੀ ਤੱਤ ਕੀਤੇ ਨੇ, ਅੱਗ ਨੂੰ ਤੇ ਲੱਕੜ ਨੂੰ ਵੀ ਇਕੱਠਿਆਂ ਕੀਤਾ ਉਹਨੇ।
ਪਰ ਉਨੀ ਦੇਰ ਤੱਕ ਲੱਗੇਗੀ ਨਹੀਂ ਜਿੰਨੀ ਦੇਰ ਤੱਕ ਅਸੀਂ ਚਿੰਗਾਰੀ ਨਹੀਂ ਲਾ ਦਿੰਦੇ ਉਹਨੂੰ। ਹੈ ਲੱਕੜ ਦੇ ਵਿੱਚ ਅੱਗ, ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੇ ਜਲਾਇਆ। ਫਿਰ ਵੀ ਅੱਗ ਉਹਨੂੰ ਸਾੜਦੀ ਨਹੀਂ। ਆਪੇ ਮਾਰ ਜੀਵਾਇੰਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ ਤੇ ਉਹਨਾਂ ਦੇ ਕੋਲੋਂ ਜੀਵਨ ਲੈਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਆਪੇ ਤਾਣ ਤਾਕਤ ਦੀਵਾਨ ਹੈ ਪਿਆਰਾ, ਤੇ ਤਾਕਤ ਦਾ ਹਾਕਮ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਆਪੇ ਕਾਰੇ ਲਾਇਆ ਸਮੁੱਚੀ ਸ੍ਰਿਸ਼ਟੀ ਨੂੰ ਹੁੰਦਾ ਬਿਲਡ ਹੁੰਦਾ ਜਾਏਗਾ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਵੇਂ ਜਿਵੇਂ ਉਹ ਸਾਨੂੰ ਤੋਰਦਾ ਅਸੀਂ ਉਹਦੇ ਹੁਕਮ ਦੇ ਹਿਸਾਬ ਨਾਲ ਹੀ ਚੱਲਦੇ ਹਾਂ। ਇਹ ਨਹੀਂ ਵੀ ਮੈਂ ਆਪਣੀ ਮਨ ਮਰਜ਼ੀ ਕਰਾਂ ਤੇ ਆਪਣੇ ਮਨ ਇੱਛਤ ਫਲ ਚਾਹਾਂ, ਐਸਾ ਹੋ ਨਹੀਂ ਸਕਦਾ। ਉਹਦੀ ਵਿਧੀ ਦਾ ਵਿਧਾਨ ਕੀ ਹੈ? ਜਿਹਾ ਬੀਜੈ ਸੋ ਲੁਣੈ ਕਰਮਾ ਸੰਗਦਾ। ਕਿ ਤੇ ਮੈਂ ਕੀ ਚਾਹੁੰਦਾ? ਬੀਜੇ ਬਿਕ ਮੰਗੇ, ਮੈਂ ਚਾਹੁੰਦਾ ਬਿਕ ਉਲਟਾ ਹੋ ਜਾਏ, ਹੋ ਨਹੀਂ ਸਕਦਾ। ਉਹਦੇ ਵਿਧਾਨ ਵਿੱਚ, ਉਹਦੇ ਲਾ ਆਫ ਨੇਚਰ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ। ਤੁਸੀਂ ਕਹੋ ਵੀ ਮੈਂ ਐਵੇਂ ਕਰ ਦੇਵਾਂ, ਮੈਂ ਮਨਮੁਖਾਂ ਵਾਲੇ ਕੰਮ ਕਰਾਂ ਤੇ ਗੁਰਮੁਖ ਦਾ ਸਰਟੀਫਿਕੇਟ ਮਿਲੇ, ਹੋ ਨਹੀਂ ਸਕਦਾ। ਕਿਉਂਕਿ ਪੁੰਨੀ ਪਾਪੀ ਆਖਣ ਨਾ ਹੈ, ਇਹ ਕਹਿਣ ਦੀ ਚੀਜ਼ ਨਹੀਂ ਹੈਗੀ। ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਕਰੈਕਟਰ ਬਿਲਡ ਹੋ ਜਾਏਗਾ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਮਾਨੋ ਅਸੀਂ ਸਾਰੇ ਹਿਊਮਨ ਬੀਇੰਗ ਹੋ ਗਏ, ਬਨਸਪਤੀ ਹੋ ਗਈ, ਪਸ਼ੂ ਪੰਛੀ ਜਨੌਰ ਹੋ ਗਏ, ਸਾਰੇ ਸਾਜ਼ ਆ ਉਹਦੇ। ਜਿਵੇਂ ਸਾਜ਼ ਨੂੰ ਵਜਾਉਣ ਵਾਲਾ ਸੰਗੀਤਕਾਰ ਗਵਈਆ ਜਿਵੇਂ ਜਿਵੇਂ ਸਾਜ਼ ਦੀ ਟਿਊਨ ਕੱਢੇ ਤੇ ਵੱਜਦੇ ਨੇ, ਮਾਨੋ ਸਾਡੇ ਅੰਦਰ ਵੀ ਕੁਦਰਤ ਨੇ ਇਹ ਚੀਜ਼, ਇਹ ਸੁਰ ਪੈਦਾ ਕੀਤੇ ਨੇ ਆਪਣੇ ਹੁਕਮ ਦੇ ਵਿੱਚ, ਆਪਣੇ ਭਾਣੇ ਦੇ ਵਿੱਚ। ਉਹ ਜਿਵੇਂ ਸਾਨੂੰ ਚਲਾਉਣ ਦੀ ਕੋਸ਼ਿਸ਼ ਕਰਦਾ, ਅਸੀਂ ਸਾਰੇ ਜੀਵ ਉਹਦੇ ਹੁਕਮ ਦੇ ਵਜਾਏ ਹੀ ਵੱਜਦੇ ਹਾਂ, ਆਪਣੀ ਮਨਮਰਜ਼ੀ ਨਾਲ ਵੱਜ ਨਹੀਂ ਸਕਦੇ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਦਾ ਇਹ ਰਹੱਸ ਸਾਨੂੰ ਇਸ ਮੁਬਾਰਕ ਮੁੱਖ ਵਾਕ ਦੇ ਰਾਹੀਂ ਸਮਝਾਉਂਦੇ ਆ ਇਹ ਬਖਸ਼ਿਸ਼ ਸਾਡੇ ਜੀਵਾਂ ਤੇ ਕੀਤੀ ਹੈ। ਕੁਦਰਤ ਜਿਹੜੀ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ, ਸਮੁੱਚੀ ਕੁਦਰਤ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ, ਔਰ ਉਹਨੇ ਸਾਰਾ ਕੁਝ ਸਾਡੇ ਅੰਦਰ ਹੀ ਪੈਦਾ ਕੀਤਾ ਹੋਇਆ। ਸੁੱਖ ਦੁੱਖ ਅੰਮ੍ਰਿਤ ਧਰਮ ਸਭ ਕੁਝ ਸਾਡੇ ਵਿੱਚ ਹੈ। ਜਿਹੜੀ ਚੀਜ਼ ਦੀ ਅਸੀਂ ਵਰਤੋਂ ਕਰਨੀ ਚਾਹੀਏ ਉਸ ਹਿਸਾਬ ਨਾਲ ਸਾਡਾ ਜੀਵਨ ਕਿਰਦਾਰ ਬਣ ਜਾਏਗਾ। ਸਾਹਿਬ ਕਿਰਪਾ ਕਰਨ ਅਸੀਂ ਬਾਣੀ ਦੇ ਮੁਤਾਬਕ ਆਪਣਾ ਜੀਵਨ ਜੀ ਕੇ ਸਚਿਆਰਿਆਂ ਬਣ ਸਕੀਏ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਮੁਬਾਰਕ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ ਸਭਨਾਂ ਦਾ ਧੰਨਵਾਦ। ਬੁਲਾਓ ਅਤੇ ਆਖੋ ਜੀ ਵਾਹਿਗੁਰੂ।